शहर को मिला ऑक्सीजन प्लांट। शहर के लिए है नायाब तोहफा। प्लांट की कैपेसिटी 10 टन। इसके साथ गुरु नानक देव हॉस्पिटल की कुल उत्पादन क्षमता हुई 16 टन। एक करोड़ की लागत से बना प्लांट। पहले थी सिर्फ 6 टन, अब 10 टन अतिरिक्त उत्पादन। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੈਲਾਸ਼ ਤੇ ਅੱਜ ਅਸੀਂ ਲਾਈਵ ਭਾਰਤ ਦੀ ਟੀਮ ਪਹੁੰਚੇ ਹਾਂ ਗੁਰੂ ਨਾਨਕ ਹਸਪੀਟਲ, ਜਿੱਥੇ ਕਿ ਆਕਸੀਜਨ ਪਲਾਂਟ ਇੱਕ ਹੋਰ ਇਹਦੀ ਕੈਪੈਸਿਟੀ ਵਧਾ ਦਿੱਤੀ ਗਈ ਹੈ, ਜਿੱਥੇ ਕਿ 10 ਟਨ ਦਾ ਇੱਕ ਹੋਰ ਪਲਾਂਟ ਨਾਲ ਲਗਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਿਰਫ 6 ਟਨ ਦੀ ਹੀ ਕੈਪੈਸਿਟੀ ਸੀ ਗੁਰੂ ਨਾਨਕ ਹਸਪੀਟਲ ਦੀ, ਹੁਣ 10 ਟਨ ਹੋਰ ਐਡ ਕਰ ਦਿੱਤੀ ਗਈ ਹੈ। ਟੋਟਲ 16 ਟਨ ਦੀ ਕੈਪੈਸਿਟੀ ਹੋ ਗਈ ਹੈ। ਤੇ ਇਸ ਮੌਕੇ ਤੇ ਸਾਡੇ ਨਾਲ ਗੁਰੂ ਨਾਨਕ ਹਸਪੀਟਲ ਮੈਡੀਕਲ ਕਾਲਜ ਤੋਂ ਸਾਡੇ ਅਧਿਕਾਰੀ ਵੀ ਮੌਜੂਦ ਹਨ ਤੇ ਸਾਡੇ ਐਮਪੀ ਔਜਲਾ ਸਾਹਿਬ ਵੀ ਮੌਜੂਦ ਹਨ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਆਕਸੀਜਨ ਪਲਾਂਟ ਦੀ ਅੱਜ ਦੀ ਲੋੜ ਨੂੰ ਵੇਖਦੇ ਹੋਏ ਇਸ ਆਕਸੀਜਨ ਪਲਾਂਟ ਦੇ ਬਾਰੇ ਕੀ ਕਹਿਣਾ ਚਾਹੋਗੇ। ਦੇਖੋ, ਬੜੀ ਘਾਟ ਹੈ ਆਕਸੀਜਨ ਦੀ, ਕਿਉਂਕਿ ਜਿਹੜੀ ਕੇਂਦਰ ਸਰਕਾਰ ਵੱਲੋਂ ਯੂਨੀਅਨ ਗਵਰਨਮੈਂਟ ਵੱਲੋਂ ਵੰਡ ਕੇ ਆਕਸੀਜਨ ਦਿੱਤੀ ਜਾ ਰਹੀ ਹੈ। ਸਾਨੂੰ 300 ਟਨ ਚਾਹੀਦਾ ਆ ਪੰਜਾਬ ਨੂੰ, ਔਰ 145 ਟਨ ਮਿਲ ਰਹੀ ਹੈ। ਔਰ ਉਹਦੇ ਵਿੱਚੋਂ ਵੀ ਜਿਹੜਾ ਅੰਮ੍ਰਿਤਸਰ ਨੂੰ ਕਰੀਬ 30 ਟਨ ਚਾਹੀਦਾ ਪ੍ਰਾਈਵੇਟ ਤੇ ਸਰਕਾਰੀ ਨੂੰ ਮਿਲਾ ਕੇ, ਸਾਨੂੰ 16 ਟਨ ਆਉਂਦੀ ਹੈ। 16 ਟਨ ਇਹ ਸਾਡੀ ਗੁਜ਼ਾਰਾ ਹੋ ਰਿਹਾ, ਜਿਹਦੇ ਸਾਡਾ ਪ੍ਰਸ਼ਾਸਨ ਸਿਵਲ ਦਾ, ਸਾਡੇ ਡਾਕਟਰ ਸਾਹਿਬਾਨ ਔਰ ਸਾਡਾ ਪੁਲਿਸ ਪ੍ਰਸ਼ਾਸਨ ਤਿੰਨੋਂ ਰਲ ਕੇ ਬੜੀ ਮਿਹਨਤ ਦੇ ਨਾਲ, ਮਤਲਬ ਪ੍ਰਤੀ ਵਿਅਕਤੀ ਕਿੰਨੀ ਕੁ ਆਕਸੀਜਨ ਦਿੱਤਾ ਸਰਵਾਈਵ ਹੁੰਦਾ, ਜਿੰਨੀ ਨੂੰ ਲੋੜ ਹੈ ਉਨੀ ਹੀ ਦਿੱਤੀ ਜਾਂਦੀ ਹੈ। ਔਰ ਨਾਲ ਜਿਹੜੀ ਹਵਾ ਤੋਂ ਤਿਆਰ ਹੁੰਦੀ ਆਕਸੀਜਨ ਉਹਦਾ ਪ੍ਰਬੰਧ ਕਰਦੇ ਆ। ਸੋ ਬੜੇ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਵਾ ਉਹ ਹੌਲੀ ਹੌਲੀ ਚਲਾ ਰਹੇ। ਔਰ ਜਿਹੜਾ ਤੁਸੀਂ 10 ਟਨ ਦੇ ਟੈਂਕਰ ਦੀ ਗੱਲ ਕਰਦੇ, ਜਿਹੜਾ ਆਕਸੀਜਨ ਵਾਲਾ ਆਇਆ, ਇਹ ਨਵਾਂ ਜ਼ਰੂਰਤ ਇਸ ਕਰਕੇ ਕਿਉਂਕਿ ਸਟਾਕ ਨਹੀਂ ਸੀ ਹੁੰਦਾ। ਜਦੋਂ 16 ਟਨ ਪਿੱਛੋਂ ਆ ਜਾਂਦਾ, 6 ਟਨ ਦਾ ਪੁਰਾਣਾ ਇੱਕ ਟੈਂਕਰ ਸੀ, ਔਰ 6 ਟਨ ਦੇ ਟੈਂਕਰ ਦੇ ਵਿੱਚ 6 ਟਨ ਹੀ ਗੈਸ ਆਉਂਦੀ, ਬਾਕੀ ਬਾਹਰ ਜਾ ਕੇ ਪਾਉਣੀ ਪੈਂਦੀ, ਫਿਰ ਉਹ ਸਿਲੰਡਰਾਂ ਨਾਲ ਭਰ ਕੇ ਲਿਆਉਣੀ ਪੈਂਦੀ। ਹੁਣ ਉਹ 16 ਟਨ ਜਿਹੜੀ ਆ ਇੱਥੇ ਕਪੈਸਿਟੀ ਹੈਗੀ ਆ, ਔਰ ਇੱਕ 20 ਟਨ ਦਾ ਜਿਹੜਾ ਹੋਰ ਮਨਜ਼ੂਰ ਹੋਇਆ, ਇੱਕ 20 ਟਨ ਦਾ ਹੋਰ ਇੱਥੇ ਇਹ ਟੈਂਕ ਜਿਹੜਾ ਆਕਸੀਜਨ ਟੈਂਕ ਹੈ, ਇਹ ਸਪੈਸ਼ਲ ਟੈਂਕ ਹੁੰਦਾ, ਇਹ ਆਮ ਨਹੀਂਗਾ। ਇਹ ਬਹੁਤ ਮੋਟੀ ਚਾਦਰ ਦਾ ਬਣਦਾ ਹੈ, ਕਿਉਂਕਿ ਉਹਦੀ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਗੈਸ ਆਕਸੀਜਨ ਦਾ। ਜੋ ਗਰਮ ਹੋਈ ਜਾਣੀ ਉਹਦਾ ਫਿਰ ਪ੍ਰੈਸ਼ਰ ਉਹ 'ਚ ਵੱਧ ਜਾਂਦਾ ਟੈਂਕ ਦੇ ਵਿੱਚ। ਸੋ ਇਸ ਕਰਕੇ ਇਹ ਸਪੈਸ਼ਲ ਟੈਂਕ ਹੁੰਦੇ ਨੇ। ਸੋ ਇਹ ਦੋ। ਦੂਸਰਾ ਜਿਹੜਾ 20 ਟਨ ਦਾ ਤੁਸੀਂ ਕਹਿ ਰਹੇ ਹੋ, ਉਹ ਕਦੋਂ ਤੱਕ ਇਸ ਹਸਪੀਟਲ ਨੂੰ ਮਿਲ ਜਾਏਗਾ 20 ਟਨ ਦਾ ਆਕਸੀਜਨ? ਉਹ ਜੁਲਾਈ ਐਂਡ ਤੱਕ ਹੈ। DRDO ਵੱਲੋਂ ਇੱਕ ਉਹਦਾ ਤੇ ਪਲੱਸ ਜਿਹੜਾ ਆਕਸੀਜਨ ਦਾ ਪਲਾਂਟ ਜਿਹੜਾ ਇੱਥੇ ਲੱਗਣਾ, ਜਿਹੜਾ ਹਵਾ ਤੋਂ ਆਕਸੀਜਨ ਬਣਾਉਂਦਾ ਹੈ, ਉਹ ਵੀ ਇੱਥੇ ਲੱਗ ਰਿਹਾ ਹੈ। ਉਹਦੇ ਨਾਲ ਦੀ ਨਾਲ ਸਰਬੱਤ ਦਾ ਭਲਾ ਵੱਲੋਂ ਔਰ ਮੇਰੇ ਵੱਲੋਂ 50 ਲੱਖ ਰੁਪਏ ਮੈਂ ਦਿੱਤਾ ਹੈ ਐਮਪੀ ਕੋਟੇ ਚੋਂ, ਔਰ 50 ਲੱਖ ਰੁਪਏ ਸਰਬੱਤ ਦਾ ਭਲਾ 1 ਕਰੋੜ ਦਾ ਪਲਾਂਟ ਉਹ ਲੱਗ ਰਿਹਾ ਹੈ। ਇੱਕ ਦੋ ਹੋਰ ਸਾਡੇ NGO 1-2 ਦਿਨ ਤੱਕ ਤੁਹਾਨੂੰ ਦੱਸਾਂਗੇ, ਜਿਹੜੇ ਆਕਸੀਜਨ ਜਨਰੇਟਰ ਲਾ ਕੇ ਦੇ ਰਹੇ ਨੇ ਸਾਨੂੰ ਇਸ ਹਸਪੀਟਲ। ਇਹ 1250 ਬੈੱਡ ਦਾ ਹਸਪੀਟਲ ਹੈ। ਕੋਵਿਡ ਦੇ ਨਾਲ ਇਹਨੂੰ ਸਪੈਸ਼ਲਿਸਟ ਅਸੀਂ ਇੱਕ ਸਪੈਸ਼ਲ ਮਲਟੀ ਸਪੈਸ਼ਲ ਹਸਪੀਟਲ ਅਸੀਂ ਇਹਨੂੰ ਬਣਾਉਣ ਜਾ ਰਹੇ ਹਾਂ, ਔਰ ਇਹਦੇ ਤੇ ਪੂਰਾ ਤਵੱਜੋ ਦੇਵਾਂਗੇ। ਹੁਣ ਇੱਕ ਵਾਰਡ ਨੂੰ ਲੈ ਕੇ ਅਸੀਂ ਉਹਦੇ ਤੇ ਸਾਰੀ ਅੱਜ ਮੀਟਿੰਗ ਵੀ ਹੋਈ ਆ, ਔਰ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਮਤਲਬ ਮਾਡਰਨ ਤਰੀਕੇ ਦੇ ਨਾਲ ਵੀ ਇਹਨੂੰ ਅਸੀਂ ਸੈਟਅਪ ਇਹਦਾ ਕਰਨਾ, ਕਿ ਆਮ ਬੰਦਾ ਵੀ ਇੱਥੇ, ਕਿਉਂਕਿ ਸਰਕਾਰੀ ਹਸਪੀਟਲ 'ਚ ਬਹੁਤੇ ਬੰਦੇ ਆਉਣ ਤੋਂ ਡਰਦੇ ਨੇ, ਆਉਂਦੇ ਨਹੀਂ। ਅਸੀਂ ਉਹਨਾਂ ਦਾ ਇੱਥੇ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਕਰਨ ਦੀ ਕੋਸ਼ਿਸ਼ ਹੁਣ ਐਸੇ ਸੀਜ਼ਨ 'ਚ ਹੀ ਕਰਾਂਗੇ। ਤੁਸੀਂ ਆਮ ਬੰਦਿਆਂ ਦੀ ਗੱਲ ਕੀਤੀ, ਆਮ ਬੰਦੇ ਸਰਕਾਰੀ ਹਸਪੀਟਲ ਆਉਣ ਤੋਂ ਡਰਦੇ ਆ, ਤੇ ਉਹਨਾਂ ਦਾ ਡਰ ਕੱਢਣ ਦੇ ਲਈ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਉਪਰਾਲਾ? ਦੇਖੋ, ਅਸੀਂ ਬਾਰ-ਬਾਰ ਹਸਪੀਟਲ ਆ ਰਹੇ ਹਾਂ, ਅਸੀਂ ਵਿਜ਼ਿਟ ਕਰਦੇ ਹਾਂ। ਪਹਿਲਾਂ ਨਾਲੋਂ ਸਭ ਤੋਂ ਜ਼ਿਆਦਾ ਪੇਸ਼ੈਂਟ ਇਸ ਵੇਲੇ ਸਰਕਾਰੀ ਹਸਪੀਟਲ ਹੈਂਡਲ ਕਰ ਰਹੇ ਆ। ਇਹਦਾ ਮਤਲਬ ਪ੍ਰਬੰਧ ਠੀਕ ਹੋਏ ਨੇ, ਤਦ ਹੀ ਕਰ ਰਹੇ ਨੇ, ਲੋਕ ਯਕੀਨ ਕਰਦੇ ਨੇ। ਹੁਣ ਕੀ ਹੁੰਦਾ ਹੈ ਕਿ ਕੋਈ ਬੰਦਾ ਇਕੱਲਾ ਰਹਿਣਾ ਚਾਹੁੰਦਾ ਕਮਰੇ ਦੇ ਵਿੱਚ, ਹੁਣ ਉਹ ਪ੍ਰਬੰਧ ਇੱਥੇ ਜ਼ਿਆਦਾ ਨਹੀਂ ਹੈਗਾ। ਉਹ ਬੰਦਾ ਚਾਹੁੰਦਾ ਮੈਨੂੰ ਕੋਈ ਸਪੈਸ਼ਲ ਫੈਸਿਲਿਟੀ ਮਿਲਣ, ਉਹ ਦਿੱਤੀਆਂ ਨਹੀਂ ਜਾ ਸਕਦੀਆਂ। ਉਹ ਫਿਰ ਉਹ ਪ੍ਰਾਈਵੇਟ ਚਲੇ ਜਾਂਦਾ ਹੈ, ਜਿਹਦੇ ਕੋਲ ਪੈਸੇ ਹੈਗੇ। ਜਿਹਦੇ ਕੋਲ ਨਹੀਂ ਹੈਗੇ, ਉਹ ਅਸੀਂ ਸਰਕਾਰੀ ਇੱਥੇ ਉਹਦਾ ਇਲਾਜ ਦਿਨ ਰਾਤ ਤੁਸੀਂ ਦੇਖੋ ਸਾਰੇ ਕਰ ਰਹੇ ਨੇ। ਤੇ ਦੂਸਰੀ ਚੀਜ਼ ਇੱਕ ਹੋਰ, ਜੇ ਗੁਰੂ ਨਾਨਕ ਹਸਪੀਟਲ ਦੀ ਗੱਲ ਕਰੀਏ ਤੇ ਇੱਥੇ ਜੋ ਲੋੜ ਹੈਗੀ ਹੈ ਤਕਰੀਬਨ 15 ਟਨ ਦੀ ਲੋੜ ਹੈਗੀ ਹੈ ਹਸਪੀਟਲ ਦੀ, ਆਪਣੀ ਜ਼ਰੂਰਤ ਹੈਗੀ ਹੈ। ਹੁਣ ਕੈਪੈਸਿਟੀ 16 ਟਨ ਹੋ ਗਈ ਹੈ। ਆਉਣ ਵਾਲੇ ਅਗਰ ਜੇ 3rd ਸਟੇਜ ਦੀ ਗੱਲ ਕਰੀਏ ਕੋਵਿਡ ਦੀ, ਤਾਂ ਉਸ ਵੇਲੇ ਲੋੜ ਹੋਰ ਵੀ ਵੱਧ ਸਕਦੀ ਹੈ। ਜਿਹੜੇ ਪਲਾਂਟ ਸੈੱਟ ਕਰ ਰਹੇ ਹਾਂ, ਉਸੇ ਨਿਗਾਹ ਨੂੰ ਰੱਖ ਕੇ ਧਿਆਨ 'ਚ ਕਰ ਰਹੇ ਹਾਂ ਅਸੀਂ। ਜਿਹੜੀ ਆਉਣ ਵਾਲੇ ਪਰਮਾਤਮਾ ਕਰੇ ਲੋੜ ਪਵੇ ਨਾ, ਪਰ ਪਤਾ ਨਹੀਂ ਕੁਦਰਤ ਆ। ਹੁਣ ਜਿਹੜੀ ਚੀਜ਼ ਬਿਮਾਰੀ ਹੈਗੀ ਉਹ ਤਾਂ ਹੈਗੀ ਨਹੀਂ, ਤਿਆਰੀ ਪਹਿਲਾਂ ਹੋਣੀ ਚਾਹੀਦੀ, ਉਹਦੀ ਤਿਆਰੀ ਪਹਿਲਾਂ ਹੋਣੀ ਚਾਹੀਦੀ। ਇਸ ਕਰਕੇ ਅਸੀਂ ਜਿਹੜੇ ਤੁਹਾਨੂੰ 2 ਪਲਾਂਟ ਹੋਰ ਦੱਸੇ, 2 ਪਲਾਂਟ ਹੋਰ ਜਿਹੜੇ ਆ ਜੁਲਾਈ ਤੱਕ। ਇੱਕ ਤੇ ਅਸੀਂ ਜਿਹੜਾ ਪ੍ਰਾਈਵੇਟ ਉਹਦੇ ਜਿੱਦਣ ਵੀ ਆ ਸਾਡੇ ਪੈਸੇ, ਹੁਣ ਇਹਨਾਂ ਨੂੰ ਕਿਹਾ ਕਿ 1-2 ਦਿਨਾਂ ਦੇ 24 ਘੰਟੇ 'ਚ ਪੈਸੇ ਪਾ ਦਿਓ, ਉਹ ਸ਼ਾਇਦ 20 ਦਿਨ 'ਚ ਆ ਕੇ ਲੱਗ ਜਾਏਗਾ। ਬਟ ਜਿਹੜਾ
ਦੂਜਾ ਸਰਕਾਰੀ ਹੈ ਉਹ ਜੁਲਾਈ ਤੱਕ ਸੈਟਅਪ ਹੋ ਜਾਏਗਾ। ਉਹਦਾ ਜਿਹੜਾ ਸਟਰਕਚਰ ਤਿਆਰ ਹੋ ਗਿਆ ਹੈ, ਪਰ ਉਹਨੂੰ ਸੈਟਅਪ ਕਰਨਾ ਹੈ। ਤੇ ਇਸ ਪਲਾਂਟ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਗੁਰੂ ਨਾਨਕ ਹਸਪੀਟਲ ਦੀ ਆਪਣੀ ਜ਼ਰੂਰਤ ਪੂਰੀ ਕਰਨ ਦੇ ਨਾਲ ਅੱਗੇ ਹੋਰ ਵੀ ਹਸਪੀਟਲ ਨੂੰ ਇਹ ਉਹਨਾਂ ਦੀ ਲੋੜ ਪੂਰੀ ਕਰੇਗਾ? ਨਹੀਂ, ਇਹ ਪਲਾਂਟ ਉਹ ਸਿਰਫ ਇੱਥੇ ਭਰਾਂਗੇ। ਹਾਂ, ਲੋੜ ਪੈਂਦੀ ਹੈ ਤੇ ਆਕਸੀਜਨ ਸਿਲੰਡਰ ਭਰ ਕੇ ਦਿੱਤੇ ਜਾ ਸਕਦੇ ਨੇ। ਇਹ ਜਿਹੜਾ ਹੈ ਇਹ 16 ਟਨ ਇਹ ਇੱਥੇ ਨਹੀਂ ਇਕੱਲੀ ਦੇ ਰਹੇ, 16 ਟਨ ਜਿਹੜੀ ਅੰਮ੍ਰਿਤਸਰ ਸਾਰੇ ਨੂੰ ਦੇ ਰਹੇ, ਜਿੱਥੇ ਅਸੀਂ ਪ੍ਰਾਈਵੇਟ ਨੂੰ ਵੀ ਡਿਸਟ੍ਰੀਬਿਊਟ ਕਰ ਰਹੇ ਹਾਂ। ਸੋ ਜਿਹੜੇ ਪਲਾਂਟ ਸੈੱਟ ਹੋਣਗੇ ਉੱਥੇ ਜਿੱਦੋਂ ਵੀ ਲੋੜ ਹੋਊਗੀ ਉਹਨੂੰ ਆਕਸੀਜਨ ਇੱਥੋਂ ਭਰ ਕੇ ਦਿੱਤੇ ਜਾ ਸਕਦੇ ਆ। ਤੇ ਦੂਸਰੀ ਚੀਜ਼, ਇਸ ਪਲਾਂਟ ਦੇ ਲਈ ਸੈਂਟਰ ਵੱਲੋਂ ਕੀ ਸਹਾਇਤਾ ਕੀਤੀ ਗਈ ਤੇ ਸਟੇਟ ਗਵਰਨਮੈਂਟ ਦੀ ਕਿੰਨੀ ਕੁ ਇਹਦੇ ਵਿੱਚ ਭਾਗੀਦਾਰੀ ਹੈ? ਇਹ ਪਲਾਂਟ ਅਸੀਂ ਰੈਂਟ ਤੇ ਲਿਆ ਆ। ਜਿਹੜਾ ਟੈਂਕਰ ਹੈ ਇਹ ਰੈਂਟ ਤੇ ਆ, ਪਰ ਜਿਹੜਾ ਪਲਾਂਟ ਸੈਟਅਪ ਕਰਨ ਜਾ ਰਹੇ ਆ ਉਹਦੇ ਵਾਸਤੇ 50 ਲੱਖ ਰੁਪਇਆ ਐਮਪੀ ਕੋਠੇ ਚੋਂ ਮੈਂ ਦਿੱਤਾ ਹੈ, ਔਰ 50 ਲੱਖ ਰੁਪਇਆ ਜਿਹੜਾ ਉਹ ਸਰਬੱਤ ਦਾ ਭਲਾ ਤੋਂ ਐਸਪੀ ਬਰਾਏ ਜੀ ਉਹ ਦੇ ਰਹੇ ਨੇ। ਉਹਨਾਂ ਨੇ ਪੰਜਾਬ 'ਚ 10 ਸੈਟਅਪ ਕਰ ਰਹੇ ਨੇ। ਇੱਕ ਅਸੀਂ ਉਹਨਾਂ ਨਾਲ ਗੱਲ ਕਰਕੇ ਅੰਮ੍ਰਿਤਸਰ ਕਰਾਇਆ, ਕਰੋੜ ਰੁਪਏ ਦਾ ਲੱਗਣਾ ਹੈ। ਆਕਸੀਜਨ ਜਨਰੇਟਰ ਉਹਨੂੰ ਕਹਿੰਦੇ ਨੇ, ਉਹ ਲੱਗੇਗਾ। ਆਕਸੀਜਨ ਜਨਰੇਟ ਕਰੇਗਾ, ਹਵਾ ਤੋਂ ਆਕਸੀਜਨ ਬਣਾਏਗਾ। ਤੇ ਇਹਦੇ ਵਿੱਚ ਸੈਂਟਰ ਵੱਲੋਂ ਕੀ ਭਾਗੀਦਾਰੀ ਹੈਗੀ ਹੈ? ਸੈਂਟਰ ਦੀ ਉਹਦੇ 'ਚ ਨਹੀਂ ਗੇ, ਤਾਂ ਐਮਪੀ ਲੈਡ ਸੈਂਟਰ ਤੋਂ ਹੀ ਆਉਂਦਾ, ਇਹੀ ਹੁੰਦੀ ਆ। ਪਰ ਜਿਹੜਾ ਕੇਂਦਰ ਸਰਕਾਰ ਨੇ ਸਿੱਧੀ ਕੋਈ ਮਦਦ ਕਰਨੀ ਉਹਦੇ ਤੋਂ ਅਸੀਂ ਬਹੁਤ ਲੇਟ ਆ। ਉਹਨਾਂ ਨੂੰ ਤਾਂ ਕਿਹਾ ਸੀ ਆਕਸੀਜਨ ਅਸੀਂ ਪਾਕਿਸਤਾਨ ਤੋਂ ਲੈਣਾ ਚਾਹੁੰਦੇ, ਸਾਨੂੰ ਉਹ ਨਹੀਂ ਉਹਨਾਂ ਲੈਣ ਦਿੱਤੀ। ਆਕਸੀਜਨ ਦਾ ਕੋਟਾ ਨਹੀਂ ਸਦਾ ਵੜਾ ਰਹੀ। ਜੇ ਸਾਨੂੰ ਲਿਕੁਇਡ ਆਕਸੀਜਨ ਦੇ ਦੇਣ ਤੇ ਫਿਰ ਤਾਂ ਸਾਨੂੰ ਆ ਸਾਰਾ ਸੈਟਅਪ ਕਰਨ ਦੀ ਲੋੜ ਹੀ ਨਹੀਂ। ਪਰ ਉਹ ਹੁਣ ਸ਼ਾਰਟੇਜ ਕਹਿੰਦੇ, ਉਹ ਕਹਿੰਦੇ ਸਾਡੇ ਕੋਲ ਹੈ ਹੀ ਇੰਨੀ ਕਿ ਪ੍ਰੋਡਕਸ਼ਨ ਹੀ ਇੰਨੀ ਹੈ, ਪਰ ਉਹ ਦਿੱਤੀ ਨਹੀਂ ਜਾ ਰਹੀ। ਜੇ ਕੋਈ ਹੈਗੀ ਵੀ ਉਹ ਬੁਖਾਰੋ ਤੋਂ ਇੱਥੋਂ 1000 ਕਿਲੋਮੀਟਰ ਦੂਰ ਹੈ। ਇਹ ਸਾਡੇ ਉਹਨਾਂ ਨਾਲ ਗਿਲੇ ਹੈਗੇ ਆ ਕਿ ਬੁਖਾਰੋ ਤੋਂ ਕਿਉਂ 1000 ਕਿਲੋਮੀਟਰ ਦੂਰ ਟੈਂਕਰ ਬਾਈ 에ਅਰ ਲੈ ਕੇ ਜਾਂਦੇ ਤੇ ਬਾਈ ਰੋਡ ਆਉਂਦੇ ਨੇ। 5-5 ਦਿਨ 50 ਘੰਟੇ ਉਹ ਡਰਾਈਵਰ ਵਿਚਾਰੇ ਪਤਾ ਨਹੀਂ ਕਿੱਦਾਂ ਪਹੁੰਚਾਉਂਦੇ ਨੇ। ਸਕਾਊਟ ਅੱਗੇ ਪਿੱਛੇ ਉਹਨਾਂ ਦੇ ਲੱਗੀਆਂ ਹੁੰਦੀਆਂ ਨੇ। ਫਿਰ ਕੋਈ ਬ੍ਰੇਕਡਾਊਨ ਹੋ ਜੇ, ਕੋਈ ਮੁਸ਼ਕਲ ਆ ਜੇ ਤੇ ਕਿੰਨੇ ਬੰਦਿਆਂ ਦੀ ਜ਼ਿੰਦਗੀ ਖਤਰੇ 'ਚ ਆ। ਇਹ ਸੈਂਟਰ ਦੀਆਂ ਜਿਹੜੀਆਂ ਨੇ ਉਹ ਨਾਕਾਮੀਆਂ ਨੇ। ਵੈਕਸੀਨ ਪੂਰੀ ਨਹੀਂ ਹੋ ਰਹੀ। ਹੁਣ ਵੈਕਸੀਨ ਦੀ ਲੋੜ ਹੈ। ਹੁਣ ਉਹ ਸਾਰੇ ਲੋਕ ਜਿੱਥੇ ਵੀ ਜਾਂਦੇ ਉਹ ਸਾਨੂੰ ਇੱਕੋ ਸਵਾਲ ਕਰਦੇ, ਵੈਕਸੀਨ ਨਹੀਂ ਆ ਰਹੀ। ਔਰ ਦਵਾਈ ਹੁਣ ਆ ਕੇ ਰੈਮਡੇਸਿਵਿਰ ਜਿਹੜੀ ਉਹ ਪੂਰੀ ਹੋਈ ਆ, ਪਹਿਲਾਂ ਉਹ ਵੀ ਨਹੀਂ ਸੀ ਹੈਗੀ। ਸੋ ਕੇਂਦਰ ਸਰਕਾਰ ਨੇ ਜਿੱਦਾਂ ਹੁਣ ਉਹ ਦਿੱਤੇ ਸੀ ਆਪਾਂ ਨੂੰ, ਵੈਂਟੀਲੇਟਰ ਦਿੱਤੇ ਸੀ ਇਹਨਾਂ ਨੇ। ਪਿੱਛੇ ਤੁਸੀਂ ਬਾਬਾ ਫਰੀਦ ਦੇ ਵੇਖੇ ਉਹ 85 ਚੋਂ 75 ਖਰਾਬ ਪਏ ਨੇ, ਕਿਉਂਕਿ ਉਹ ਪ੍ਰੋਵਾਈਡ ਹੀ ਕੇਂਦਰ ਸਰਕਾਰ ਨੇ ਕਰਾਈ। ਸੋ ਇਹੋ ਜਿਹੀਆਂ ਚੀਜ਼ਾਂ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਵੀ ਇੱਕ ਤੇ ਚੀਜ਼ ਦਾ ਮਿਆਰ ਚੰਗਾ ਹੋਣਾ ਚਾਹੀਦਾ। ਇੱਕ ਜਿਹੜਾ ਹੁਣ ਜਿਵੇਂ ਇੰਟਰਨੈਸ਼ਨਲ ਏਡ ਆ ਰਹੀ ਹੈ ਉਹਨੂੰ ਸਾਨੂੰ ਮੰਡੇ ਆਉਂਦਾ ਸਾਡਾ ਕੁਝ ਮਿਲਣਾ ਚਾਹੀਦਾ, ਉਹ ਅਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ। ਤੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਕੋਵਿਡ ਦੇ ਵਿੱਚ 3rd ਸਟੇਜ ਵੀ ਆਉਣ ਵਾਲੀ ਆ, ਉਦੋਂ ਲੈ ਕੇ ਸਿਹਤ ਵਿਭਾਗ ਕਿੰਨੇ ਕੀ ਤਿਆਰੀਆਂ ਕਰ ਚੁੱਕਿਆ ਹੈ ਤੇ ਕਿਹੜੀਆਂ ਤਿਆਰੀਆਂ ਕਰਕੇ 3rd ਸਟੇਜ ਦੇ ਨਾਲ ਮੁਕਾਬਲਾ ਕਰਨ ਲਈ ਸਾਡਾ ਸਿਹਤ ਵਿਭਾਗ ਤਿਆਰ ਹੈ? ਸਿਹਤ ਵਿਭਾਗ ਅਸੀਂ ਜਿਵੇਂ ਹੁਣ ਇੱਥੇ ਹਸਪੀਟਲ ਦੀ ਅਸੀਂ ਕਰੀਬ 250 ਬੈੱਡ ਅਸੀਂ ਐਕਸਟਰਾ ਤਿਆਰ ਕਰ ਰਹੇ ਹਾਂ, ਔਰ ਸਿਹਤ ਵਿਭਾਗ ਸਾਰਾ ਹੀ ਇਸੇ ਕੰਮ ਤੇ ਲੱਗਾ ਹੈ ਔਰ ਪੂਰਨ ਤਿਆਰੀ ਦੇ ਵਿੱਚ ਆ। ਹੁਣ ਦੇਖੋ, ਜੇ ਹੁਣ ਬੰਦਾ 20-25 ਹਜ਼ਾਰ ਕਿਤੇ ਇਨਫੈਕਟ ਹੋ ਜਾਊਗਾ ਤਾਂ ਉਹਦਾ ਕੀ ਕਰ ਸਕਦੇ? ਉਹ ਤਾਂ ਕਿਸੇ ਕੋਈ ਪ੍ਰਬੰਧ ਨਹੀਂ ਹੈਗਾ। ਪਰ ਜੇ ਲੋਕ ਥੋੜ੍ਹਾ ਜਿਹਾ ਸਾਥ ਦੇਣ, ਲੋਕ ਪੋਲੀਟੀਕਲ ਜਿਹੜੀਆਂ ਗਾਈਡਲਾਈਨ ਨੇ ਸਰਕਾਰ ਦੀਆਂ, ਹੈਲਥ ਡਿਪਾਰਟਮੈਂਟ ਦੀਆਂ, ਜੋ ਮੰਨ ਲੈਣ ਸਰਕਾਰ ਦੀਆਂ ਗਾਈਡਲਾਈਨ ਨੂੰ, ਤੇ ਉਹ ਬਚ ਜਾਣ, ਉਹਨਾਂ ਨੂੰ ਲੋੜ ਨਾ ਪਵੇ ਇੱਥੋਂ ਤੱਕ ਆਉਣ ਦੀ। ਕੁਛ ਉਹ ਸਾਡਾ ਸਾਥ ਦੇਣ। ਕੁਛ ਜਿਹੜਾ ਸਰਕਾਰ ਹੈ, ਸਰਕਾਰ ਵੱਲੋਂ ਪੂਰਨ ਜਿਹੜਾ ਆ ਕੈਪਟਨ ਸਾਹਿਬ ਵੱਲੋਂ ਜਾਂ ਸਾਡੇ ਮਿਨਿਸਟਰ ਓਮ ਪ੍ਰਕਾਸ਼ ਸੋਨੀ ਨੇ, ਉਹ ਤਕਰੀਬਨ ਇੱਥੇ ਸਾਰੇ ਆਪ ਵਿਜ਼ਿਟ ਕਰਦੇ ਨੇ, ਵੇਖਦੇ ਨੇ ਮੌਕੇ ਤੇ, ਔਰ ਬਲਬੀਰ ਸਿੱਧੂ ਨੇ ਉਹ ਸਾਰਾ ਇਹਨੂੰ ਧਿਆਨ ਦੇ ਰਹੇ ਨੇ। ਸੋ ਉਹ ਸਾਰਾ ਹੀ ਕੁਛ ਲੋੜ ਤੋਂ ਵੱਧ ਜਿਹੜਾ ਕੋਸ਼ਿਸ਼ ਕਰ ਰਹੇ ਨੇ ਕਰਨ ਦੀ। ਐਸੇ ਸਾਡੇ ਦੇ ਨਾਲ ਐਮਪੀ ਓਲਾ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਰਕਾਰ ਵੱਲੋਂ ਕੀ ਸਹਾਇਤਾ ਕੀਤੀ ਜਾ ਰਹੀ ਹੈ ਲੋਕਾਂ ਦੇ ਲਈ ਤੇ ਸਿਹਤ ਵਿਭਾਗ ਵੱਲੋਂ ਕੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ। ਨਾਲ ਹੀ ਇਹਨਾਂ ਨੇ ਆਮ ਜਨਤਾ ਨੂੰ ਸਹਿਯੋਗ ਦੇਣ ਦੇ ਲਈ ਵੀ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਕਰੋਨਾ ਸੰਕਰਮਣ ਨੂੰ ਫੈਲਣ ਤੋਂ ਨਹੀਂ ਰੋਕਿਆ ਜਾ ਸਕਦਾ। ਕਿਤੇ ਨਾ ਕਿਤੇ ਆਮ ਜਨਤਾ ਨੂੰ ਵੀ ਇਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦਾ ਤੇ ਆਮ ਜਨਤਾ ਨੂੰ ਮਿਲ ਕੇ ਇਸ ਮਹਾਮਾਰੀ ਤੋਂ ਲੜਨ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਤੇ ਇਸ ਵੇਲੇ ਸਾਡੇ ਨਾਲ ਰਵਿੰਦਰ ਸੁਲਤਾਨਵਿੰਡ, ਜੋ ਕਿ ਸਮਾਜ ਸੇਵੀ ਹਨ, ਜਿਨ੍ਹਾਂ ਨੇ ਹੈਲਥ ਡਿਪਾਰਟਮੈਂਟ ਦੇ ਬੜੇ ਵੱਡੇ ਘਪਲੇ ਵੀ ਉਜਾਗਰ ਕੀਤੇ ਤੇ ਕਿਤੇ ਨਾ ਕਿਤੇ ਇਸ ਆਕਸੀਜਨ ਪਲਾਂਟ ਦੇ ਲਈ ਇਹਨਾਂ ਨੇ ਕਈ ਪੁਰਜ਼ੋਰ ਅਪੀਲ ਵੀ ਕੀਤੀ ਸਰਕਾਰ ਨੂੰ ਆਕਸੀਜਨ ਲਗਾਉਣ ਦੇ ਲਈ। 1 ਸਾਲ ਪਹਿਲਾਂ ਹੀ ਇਹ ਸਰਕਾਰ ਨੂੰ ਸਜਗ ਕਰਾਉਂਦੇ ਰਹੇ ਤੇ ਇਸ ਆਕਸੀਜਨ ਪਲਾਂਟ ਦੇ ਲਈ ਅਪੀਲ ਕਰਦੇ ਰਹੇ ਤੇ ਅੱਜ ਇਹ ਵੀ ਸਾਡੇ ਨਾਲ ਮੌਜੂਦ ਹਨ। ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਸ ਆਕਸੀਜਨ ਪਲਾਂਟ ਨੂੰ ਲੈ ਕੇ ਉਹਨਾਂ ਦੀ ਕੀ ਰਾਏ ਹੈ। ਇਹ ਆਕਸੀਜਨ ਪਲਾਂਟ ਜਿਹੜਾ ਇਹਦੇ ਲਈ ਪਿਛਲੇ ਸਾਲ ਸਰਕਾਰ ਵੱਲੋਂ ਗ੍ਰਾਂਟ ਆਈ ਸੀ ਸੈਂਟਰ ਗਵਰਨਮੈਂਟ ਵੱਲੋਂ। ਇਹ ਪਲਾਂਟ ਇਹ 2 ਦਿਨ ਪਹਿਲਾਂ ਸਟਾਰਟ ਕਰਦੇ ਪਏ। 6 ਟਨ ਦਾ ਪਹਿਲਾਂ ਇਹਨਾਂ ਕੋਲ ਹੈਗਾ ਸੀ, 10 ਟਨ ਦਾ ਇਹਨਾਂ ਨਵਾਂ ਲਾਇਆ ਜਿਹੜਾ ਕੱਲ ਸ਼ੁਰੂ ਹੋ ਰਿਹਾ। ਜਦ ਕਿ ਗ੍ਰਾਂਟ ਪਿਛਲੇ ਸਾਲ ਆਈ ਹੈ, ਪਿਛਲੇ ਸਾਲ ਇਸ ਨੂੰ ਕਿਉਂ ਨਹੀਂ ਚਾਲੂ ਕੀਤਾ ਗਿਆ? ਇਹਦੇ ਨਾ ਚਾਲੂ ਹੋਣ ਕਰਕੇ ਅੱਜ ਸ਼ਹਿਰ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਆਕਸੀਜਨ ਦੀ ਕਮੀ ਕਰਕੇ। ਜੇ ਸਰਕਾਰ ਅੱਜ ਜਾਗਦੀ ਪਈ ਆ ਤੇ ਅਜੇ ਪਿਛਲੇ ਸਾਲ ਜਦੋਂ ਸੈਂਟਰ ਗਵਰਨਮੈਂਟ ਗ੍ਰਾਂਟ ਉਦੋਂ ਕਿਉਂ ਨਹੀਂ ਜਾਗੀ? ਇਹਨਾਂ ਨੂੰ ਪਤਾ ਸੀ
ਵੀ ਦਿਨੋਂ ਦਿਨ ਜਿਹੜੀ ਇਹ ਬਿਮਾਰੀ ਹੈ ਜ਼ੋਰ ਫੜਦੀ ਜਾ ਰਹੀ ਆ। ਔਰ ਇਹਦੇ ਲਈ ਇਹ ਸਾਰਾ ਸਿਸਟਮ ਪਹਿਲਾਂ ਚਾਲੂ, ਪਰ ਇਹ ਸਰਕਾਰ ਸਾਡੀ ਪੈਸੇ ਪਤਾ ਨਹੀਂ ਕੀ ਕਰਦੀ ਆ ਕੀ ਨਹੀਂ, ਇਹਨਾਂ ਦੇ ਅਧਿਕਾਰੀ ਕਰਦੇ ਆ। ਇਹ ਉਦੋਂ ਇਹਨਾਂ ਨੂੰ ਪੈਂਦੇ ਆ, ਇਹਨਾਂ ਦਾ ਤਾਂ ਉਹ ਹਿਸਾਬ ਆ ਬੂਹੇ ਆਈ ਜੰਝ ਵਿਨੋ ਕੁੜੀ ਦੇ ਕੰਨ ਵਾਲਾ ਹਿਸਾਬ ਹੈ ਇਹਨਾਂ ਲੋਕਾਂ ਦਾ। ਇਸ ਹੁਣੇ ਅਸੀਂ ਗੱਲ ਕੀਤੀ ਹੈ ਐਮਪੀ ਔਜਲਾ ਨਾਲ, ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਇਹਦੇ ਵਿੱਚ ਫੰਡਿੰਗ ਸੈਂਟਰ ਗਵਰਨਮੈਂਟ ਦੀ ਨਹੀਂ, ਫੰਡਿੰਗ ਉਹਨਾਂ ਦੇ ਐਮਪੀ ਕੋਟੇ ਦੇ ਵਿੱਚੋਂ 50 ਲੱਖ ਰੁਪਇਆ ਦਿੱਤਾ ਤੇ 50 ਲੱਖ ਰੁਪਇਆ ਇਹਨਾਂ ਨੇ ਇੱਕ ਟਰਸਟ ਵੱਲੋਂ ਲਿੱਤਾ ਗਿਆ। ਉਹ ਟੋਟਲ 1 ਕਰੋੜ ਲਗਾ ਕੇ ਇਹ ਪ੍ਰੋਜੈਕਟ ਲਿੱਤਾ ਗਿਆ ਤੇ ਇਹ ਟੈਂਕਰ ਹਜੇ ਵੀ ਸਰਕਾਰ ਦਾ ਆਪਣਾ ਨਹੀਂ ਹੈ, ਰੈਂਟ ਦੇ ਉੱਤੇ ਹੈ ਤੇ ਸੈਂਟਰ ਦੀ ਇਹਦੇ ਵਿੱਚ ਕੋਈ ਭਾਗੀਦਾਰੀ ਨਹੀਂ ਹੈਗੀ। ਇਹ ਬਿਲਕੁਲ ਗਲਤ ਗੱਲ ਹੈਗੀ ਆ। ਪਿਛਲੇ ਸਾਲ ਸੈਂਟਰ ਗਵਰਨਮੈਂਟ ਨੇ ਪੈਸਾ ਦਿੱਤਾ। ਇਹ ਪੈਸਾ ਜਿਹੜੇ ਅਧਿਕਾਰੀ ਹੈ, ਇਹ ਸਾਡੇ ਜਿਹੜੇ ਅਧਿਕਾਰੀ ਇਹ ਬਿਲਕੁਲ ਕੁੰਭ ਕਰਨ ਦੀ ਨੀਂਦ ਸੁੱਤੇ ਆ। ਇਹਨਾਂ ਨੂੰ ਲੋਕਾਂ ਦੀ ਜਾਨ ਮਾਲ ਦਾ ਕੋਈ ਫਿਕਰ ਨਹੀਂ ਹੈਗਾ ਨਾ ਲੋਕਾਂ ਨੂੰ। ਇਹ ਲੋਕ ਸਿਰਫ ਏਸੀ 'ਚ ਬਹਿ ਕੇ ਕੰਮ ਕਰਨ ਵਾਲੇ ਲੋਕ ਆ। ਜਦੋਂ ਗਵਰਨਮੈਂਟ ਦਾ ਪੈਸਾ ਆਇਆ ਇਹਨਾਂ ਨੂੰ ਉਸੇ ਵੇਲੇ ਹੀ ਪਲਾਂਟ ਸ਼ੁਰੂ ਕਰ ਦੇਣਾ ਚਾਹੀਦਾ ਸੀ, ਜਾਂ ਉਹਦੀ ਕਪੈਸਿਟੀ ਵੱਡੀ ਕਰਦੇ ਜਾਂ ਵੱਧ ਕਰਦੇ ਜਾਂ ਪਲਾਂਟ ਨੂੰ ਲਾਉਂਦੇ। ਜੇ ਇਹ ਅੱਜ ਐਮਪੀ ਸਾਹਿਬ ਸਾਡੇ ਔਜਲਾ ਸਾਹਿਬ ਕਹਿ ਰਹੇ ਆ, ਅਸੀਂ ਇਹਨਾਂ ਦੀ ਗੱਲ ਮੰਨ ਲੈਂਦੇ ਆ ਵੀ ਇਹ 50 ਲੱਖ ਰੁਪਏ ਅੱਜ ਇਹ ਪਹਿਲੋਂ ਕਿਉਂ ਨਹੀਂ ਦਿੱਤਾ? 1.5 ਸਾਲ ਹੋ ਗਿਆ ਕਰੋਨਾ ਵਰਗੀ ਬਿਮਾਰੀ ਨੂੰ ਇੱਥੇ ਆਏ ਨੂੰ ਇੰਡੀਆ 'ਚ। ਇਹਨਾਂ ਨੂੰ ਪਹਿਲੋਂ ਕਿ ਨਹੀਂ? ਔਜਲਾ ਸਾਹਿਬ ਸਮੇਂ-ਸਮੇਂ ਤੇ ਬੋਲਦੇ ਰਹਿੰਦੇ ਆ, ਔਰ ਕਦੀ ਇਹਨਾਂ ਨੇ ਆ ਕੇ ਵੇਖਿਆ ਨਹੀਂ ਇੱਥੇ ਵੀ ਇੱਥੇ ਕੀ ਹੋ ਰਿਹਾ। ਅੱਜ ਔਜਲਾ ਸਾਹਿਬ ਨੂੰ ਵੇਖਿਆ ਇੱਥੇ ਆਈ ਮੌਕੇ ਤੇ। ਇਹ ਅੱਜ ਤੋਂ 1.5 ਸਾਲ ਪਹਿਲੋਂ ਆ ਕੇ ਇਹਨਾਂ ਨੂੰ ਵੇਖਣਾ ਚਾਹੀਦਾ ਸੀ ਵੀ ਕੀ ਹਾਲਾਤ ਆ। ਦੇਖੋ ਇਹ ਸਾਡਾ ਬੜਾ ਦੁਰਭਾਗਿਆ ਵੀ ਇਸ ਸ਼ਹਿਰ ਦੇ ਵਿੱਚ ਇਸ ਡਿਪਾਰਟਮੈਂਟ ਦਾ ਮੰਤਰੀ ਵੀ ਇਸ ਸ਼ਹਿਰ ਦਾ ਹੋਵੇ, ਇੱਥੇ ਰਾਜ ਸਭਾ ਮੈਂਬਰ ਜਿਹੜਾ ਸਾਡੇ ਹੈਗਾ ਸ਼ਵੇਤ ਮਲਿਕ ਇਸ ਸ਼ਹਿਰ 'ਚ ਹੋਵੇ, ਔਜਲਾ ਸਾਹਿਬ ਮੈਂਬਰ ਪਾਰਲੀਮੈਂਟ ਹੋਣ ਜਿਹੜੇ ਹਰ ਵੇਲੇ ਇਸ ਹੈਲਥ ਮਹਿਕਮੇ ਬਾਰੇ ਕੁਛ ਨਾ ਕੁਛ ਬੋਲਦੇ ਰਹਿੰਦੇ ਆ। ਪਰ ਉਹ ਮੈਨੂੰ ਇਹ ਦੱਸਣ ਵੀ ਪੈਸਾ ਅੱਜ ਕਿਉਂ ਦੇਂਦੇ? 1.5 ਸਾਲ ਪਹਿਲਾਂ ਪੈਸਾ ਕਿਉਂ ਨਹੀਂ ਦਿੱਤਾ? ਔਰ ਪਹਿਲਾਂ ਉਹਨਾਂ ਨੇ ਆ ਕੇ ਵੇਖਿਆ ਕਿਉਂ ਨਹੀਂ ਮੌਕਾ? ਅੱਜ ਕਿਉਂ ਵੇਖਣ ਦੇ ਔਜਲਾ ਸਾਹਿਬ? ਇਹ ਇਹਨਾਂ ਨੂੰ 1.5 ਸਾਲ ਪਹਿਲਾਂ ਆ ਕੇ ਵੇਖਣਾ ਚਾਹੀਦਾ ਸੀ। ਔਰ ਇਹਨਾਂ ਦਾ ਕੋਈ ਦੇਖੋ ਹੋਰ ਬੜੀ ਦੁੱਖ ਦੀ ਗੱਲ ਆ, ਅੱਜ ਇਹਨਾਂ ਕੋਲ ਜੋ ਇਹਨਾਂ ਕੋਲ ਗੈਸ ਪਲਾਂਟ ਆ, ਇਹਨਾਂ ਕੋਲ ਉਨੀ ਇਹਨਾਂ ਨੇ ਗੈਸ ਤਿਆਰ ਕਰ ਰਹੇ ਆ। ਜੇ ਅੱਜ ਕੱਲ੍ਹ ਨੂੰ ਆਂਦੇ ਆ ਤੀਸਰਾ ਦੌਰ ਚੱਲੇਗਾ ਕਰੋਨਾ ਦਾ, ਜੇ ਕੱਲ੍ਹ ਨੂੰ ਵੱਧਦੇ ਪੇਸ਼ੈਂਟ ਜਾਂ ਬਾਹਰ ਹੀ ਕਿਤੇ ਨੂੰ ਲੋੜ ਪੈ ਜਾਂਦੀ ਸੈਂਟਰਾਂ ਉੱਤੇ, ਫਿਰ ਇਹ ਗੈਸ ਪਲਾਂਟ ਦਾ ਕੀ ਕਰਨਗੇ? ਉਹ ਗੈਸ ਕਿੱਥੋਂ ਲਿਆਉਣਗੇ ਉਹਨਾਂ ਲੋਕਾਂ ਨੇ? ਇਹ ਹੁਣ ਹੀ ਕਿਉਂ ਨਹੀਂ ਉਹਦਾ ਇੰਤਜ਼ਾਮ ਕਰਦੇ ਵੀ ਇਹਦੀ ਕਪੈਸਿਟੀ ਹੁਣ ਤੋਂ ਹੀ ਵੱਧ ਕੀਤੀ ਸੋ ਕਿ ਵੀ ਜੇ ਕੱਲ੍ਹ ਨੂੰ ਮਰੀਜ਼ ਵੱਧ ਜਾਂਦੇ ਆ ਇਹਦੀ ਕਪੈਸਿਟੀ ਇਹ ਤੋਂ ਡਬਲ ਕਰਨੀ ਚਾਹੀਦੀ ਇਹਨਾਂ ਨੂੰ। ਇਹ ਅੱਜ ਤੋਂ ਹੀ ਤਿਆਰ ਹੋਣਾ ਚਾਹੀਦਾ ਲੋਕਾਂ ਨੂੰ। ਇਸ ਤੋਂ ਪਹਿਲਾਂ ਵੀ ਪਲਾਂਟ ਜਿਹੜਾ ਲੱਗਿਆ ਸੀ 6 ਟਨ ਦਾ ਲੱਗਾ ਸੀ, 10 ਟਨ ਦਾ ਹੁਣ ਲੱਗਿਆ 16 ਟਨ ਦੀ ਕਪੈਸਿਟੀ ਹੋ ਗਈ। ਜਿਹੜਾ 6 ਟਨ ਵਾਲਾ ਪਲਾਂਟ ਲੱਗ ਤੇ ਕਈ ਸਾਲ ਪਹਿਲਾਂ ਗਿਆ ਸੀ, ਪਰ ਸ਼ੁਰੂ ਪਿਛਲੇ ਸਾਲ ਹੀ ਕੀਤਾ ਗਿਆ। ਇਹਦੇ ਵਿੱਚ ਦੇਰੀ ਦਾ ਕੀ ਕਾਰਨ ਹੋ ਸਕਦਾ ਸਰਕਾਰ ਦਾ? ਇਹ ਬਿਲਕੁਲ ਸਰਕਾਰ ਦੀ ਨਲਾਇਕੀ ਹੈਗੀ, ਮੈਂ ਕਹਿ ਸਕਦਾ। ਇਹ ਪ੍ਰਸ਼ਾਸਨ ਦੀ ਨਲਾਇਕੀ ਆ, ਸਰਕਾਰ ਦੀ ਨਲਾਇਕੀ ਆ। ਜਦੋਂ ਇਹਨਾਂ ਨੂੰ ਪਤਾ 1.5 ਸਾਲ ਤੋਂ ਸਾਨੂੰ ਆਕਸੀਜਨ ਦੀ ਲੋੜ ਆ, ਆਕਸੀਜਨ ਦੇ ਵੈਸੇ ਕਪੈਸਿਟੀ ਵਧਦੀ। ਇਹ ਜਿਹੜਾ ਹਸਪਤਾਲ ਹੈ ਗੁਰੂ ਨਾਨਕ ਹਸਪਤਾਲ, ਇਹ ਪੂਰੇ ਮਾਝਾ ਜ਼ੋਨ ਤੋਂ ਇਲਾਵਾ ਇੱਥੇ ਜਲੰਧਰ ਤੋਂ, ਹੁਸ਼ਿਆਰਪੁਰ ਤੋਂ, ਲੁਧਿਆਣੇ ਤੱਕ ਲੋਕ ਇੱਥੇ ਆਉਂਦੇ ਆ। ਫਿਰ ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਇਹਨਾਂ ਕਪੈਸਿਟੀ ਵਧਾਈ? ਇਹਦੇ ਲਈ ਇਹ ਲੋਕ ਜਵਾਬਦੇਹ ਹੈਗੇ ਆ, ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਜਿੰਨੀਆਂ ਮੌਤਾਂ ਆਕਸੀਜਨ ਕਰਕੇ ਹੋਈਆਂ, ਜਿਨ੍ਹਾਂ ਨੂੰ ਆਕਸੀਜਨ ਨਹੀਂ ਮਿਲੀ, ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਹਨਾਂ ਸਰਕਾਰ ਨੂੰ ਕਿਉਂ ਨਹੀਂ ਗਾਹ ਕੀਤਾ ਵੀ ਅੱਜ ਜੋ ਇਹ ਲੱਗੇ ਆ 1.5 ਸਾਲ ਬਾਅਦ? 1.5 ਸਾਲ ਪਹਿਲਾਂ ਇਹ ਕਿੱਥੇ ਸੁੱਤੇ ਲੋਕ ਸੀ? ਇਹਨਾਂ ਦੀ ਜਵਾਬਦੇਹੀ ਬਣਦੀ ਆ, ਇਹਨਾਂ ਤੇ ਕਾਰਵਾਈ ਬਣਦੀ ਆ ਇਹਨਾਂ ਲੋਕਾਂ ਦੇ ਉੱਤੇ। ਤੇ ਜਿਸ ਤਰ੍ਹਾਂ ਕਿ ਇਹ ਪਲਾਂਟ ਪਿਛਲੇ ਸਾਲ ਹੀ ਸ਼ੁਰੂ ਹੋਇਆ ਤੇ ਅੱਜ ਇਹਦੀ ਕਪੈਸਿਟੀ ਵੀ ਵਧਾ ਦਿੱਤੀ ਗਈ ਹੈ। ਕਪੈਸਿਟੀ ਵਧਣ ਨਾਲ ਗੱਲ ਕਰੀਏ ਤੇ ਗੁਰੂ ਨਾਨਕ ਹਸਪੀਟਲ ਦੀ ਆਪਣੀ ਹੀ ਲੋੜ ਪੂਰੀ ਹੁੰਦੀ ਹੈ। ਇਸ ਤੋਂ ਅੱਗੇ ਜੇ ਸਪਲਾਈ ਕਰਨੀ ਹੁੰਦੀ ਹੈ ਤਾਂ ਸਰਕਾਰ ਕੋ ਉਸ ਦਾ ਕੋਈ ਸੋਰਸ ਨਹੀਂ ਹੈ। ਉਸ ਦੇ ਬਾਰੇ ਸਰਕਾਰ ਕੀ ਕਦਮ ਲੈਣਾ ਚਾਹੁੰਦੀ? ਦੇਖੋ ਮੈਂ ਤਾਂ ਪਹਿਲੇ ਤੁਹਾਨੂੰ ਕਹਿ ਰਿਹਾ ਵੀ ਇਹ ਦੁੱਖ ਦਾ ਹੀ ਗੱਲ ਆ। ਮੰਤਰੀ ਇੱਥੇ ਹੋਵੇ, ਵੇਖੋ ਔਜਲਾ ਸਾਹਿਬ ਕਹਿ ਰਹੇ ਮੈਂ ਆਪਣੇ ਫੰਡ 'ਚੋਂ 50 ਲੱਖ ਰੁਪਈਆ ਦੇ ਰਿਹਾ, ਤੇ ਸ਼ਵੇਤ ਮਲਿਕ ਕੀ ਦੇ ਰਿਹਾ ਆਪਣੇ ਫੰਡ ਦੇ ਵਿੱਚੋਂ? ਉਹ ਵੀ ਤੇ ਰਾਜ ਸਭਾ ਮੈਂਬਰ ਆ, ਉਹ ਵੀ ਲਿਆ ਕੇ ਦੇ ਸਕਦਾ। ਮੰਤਰੀ ਸਾਹਿਬ ਕੀ ਦੇ ਰਹੇ ਆਪਣੇ ਫੰਡ ਦੇ ਵਿੱਚੋਂ? ਉਹ ਹੁਣ ਤੋਂ ਕਿਉਂ ਨਹੀਂ ਪਲਾਨਿੰਗ ਕਰਦੇ? ਉਹ ਇਹ ਕਿਉਂ ਸੋਚਦੇ ਵੀ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਆਪਾਂ ਕਰਾਂਗੇ? ਇਹ ਹੁਣ ਤੋਂ ਹੋਣੀ ਚਾਹੀਦੀ, ਅੱਜ ਤੋਂ ਹੋਣੀ ਚਾਹੀਦੀ ਆ, ਤਾਂ ਕਿ ਇੱਥੇ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਹੋਵੇ। ਇਹ ਆਕਸੀਜਨ ਕਮ ਹੋਣ ਕਰਕੇ, ਘੱਟ ਹੋਣ ਕਰਕੇ ਲੋਕਾਂ ਦੀ ਮੌਤ ਨਹੀਂ ਹੋਣੀ ਚਾਹੀਦੀ। ਇਹ ਤੇ ਬੜੀ ਦੁਖਦਾਈ ਤੇ ਬੜੀ ਸ਼ਰਮ ਦੀ ਗੱਲ ਹੈ ਜੀ ਇਦਾਂ ਲੋਕ ਇਹ ਕਰਦੇ ਪਏ ਆ। ਤੇ ਮੇਰੇ ਹਿਸਾਬ ਨਾਲ ਇਹ ਅਜੇ ਵੀ ਤਿਆਰ ਨਹੀਂ, ਇਹ ਝੂਠੇ ਦਾਅਵੇ ਕਰਦੇ ਪਏ ਆ ਵੀ ਅਸੀਂ ਕਰੋਨਾ ਦੀ ਜੰਗ ਲੜਨ ਨੂੰ ਤਿਆਰ ਹੈਗੇ। ਮੇਰੇ ਹਿਸਾਬ ਨਾਲ ਕੋਈ ਤਿਆਰ ਨਹੀਂ, ਸਿਰਫ ਅਖਬਾਰੀ ਗੱਲਾਂ ਤੇ ਬਿਆਨਬਾਜ਼ੀ ਇਹਨਾਂ ਦੀ। ਜੇ ਕਿਉਂਕਿ ਇਹ ਪਲਾਂਟ ਹੀ ਦਰਸਾਉਂਦਾ ਵਾ ਵੀ ਇਹ ਉਨੀ ਕਪੈਸਿਟੀ ਕਰ ਰਹੇ ਜਿੰਨੀ ਇਹਨਾਂ ਨੂੰ ਲੋੜ ਆ, ਤੇ ਜੇ ਕੱਲ੍ਹ ਨੂੰ ਮਰੀਜ਼ ਵੱਧ ਜਾਂਦੇ ਤੇ ਫਿਰ ਇਹ ਕਿੱਥੇ ਜਾਣਗੇ? ਫਿਰ ਕਿੱਥੋਂ ਲਿਆਉਣਗੇ ਆਕਸੀਜਨ ਇਹ ਲੋਕ? ਤੇ ਆਪਾਂ ਪਲਾਂਟ ਦੀ ਗੱਲ ਕਰੀਏ ਤਾਂ ਪਲਾਂਟ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਕਿ ਐਮਪੀ ਸਾਹਿਬ ਦਾ ਕਹਿਣਾ ਹੈ ਕਿ ਹਜੇ ਵੀ ਪਲਾਂਟ ਰੈਂਟ ਦੇ ਵਿੱਚ ਹੈ। ਪਲਾਂਟ ਜਲਦਬਾਜ਼ੀ ਦੇ ਵਿੱਚ ਸ਼ੁਰੂ ਹੋ ਗਿਆ ਹੈ, ਪਰ ਪਲਾਂਟ ਦੀਆਂ ਹਜੇ ਤਿਆਰੀਆਂ ਮੁਕੰਮਲ ਨਹੀਂ ਹੋਈਆਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਹਜੇ ਵੀ
ਜਗ੍ਹਾ ਜਿਹੜੀ ਹੈ ਉਹ ਪੱਧਰੀ ਨਹੀਂ ਕੀਤੀ ਗਈ। ਪਲਾਂਟ ਨੂੰ ਜਿਸ ਤਰ੍ਹਾਂ ਦੀ ਧਰਾਤਲ ਦੀ ਲੋੜ ਹੈ ਉਹ ਹਜੇ ਪੂਰੀ ਨਹੀਂ ਕੀਤੀ ਗਈ, ਉਹਦੇ ਉੱਤੇ ਕੰਮ ਚੱਲ ਰਿਹਾ ਹੈ ਤੇ ਨਾਲ ਹੀ ਪਾਈਪਿੰਗ ਦਾ ਵੀ ਕੰਮ ਚੱਲ ਰਿਹਾ ਹੈ। ਤੁਹਾਨੂੰ ਦਿਖਾਵਾਂਗੇ, ਕੈਮਰਾਮੈਨ ਸਹਿਯੋਗੀ ਨੂੰ ਕਹਾਂਗੇ ਕਿ ਉਹ ਸਾਨੂੰ ਦਿਖਾਵੇ ਕਿ ਕੋਪਰ ਦੀ ਪਾਈਪਲਾਈਨ ਪੈ ਰਹੀ ਹੈ, ਜਿੱਥੇ ਕਿ ਇਹ ਬਾਈਪਾਸ ਲਾਈਨ ਇੱਕ ਬਣਾਈ ਜਾ ਰਹੀ ਹੈ ਜੋ ਕਿ ਜ਼ਰੂਰਤ ਪੂਰੀ ਹੋ ਰਹੀ ਹੈ ਤੇ ਨਾਲ ਸਾਨੂੰ ਆਕਸੀਜਨ ਦੀ ਹੋਰ ਮਾਤਰਾ ਦੀ ਲੋੜ ਪੈਂਦੀ ਹੈ ਜਾਂ ਬਾਈ ਚਾਂਸ ਕੋਈ ਪਾਈਪਲਾਈਨ ਖਰਾਬ ਹੋ ਜਾਂਦੀ ਹੈ ਤੇ ਬਾਈਪਾਸ ਲਾਈਨ ਯੂਜ਼ ਕੀਤੀ ਜਾਏਗੀ ਕਿ ਉਹਦੇ ਕਰਕੇ ਆਕਸੀਜਨ ਦੀ ਸਪਲਾਈ ਠੱਪ ਨਾ ਹੋਵੇ ਤੇ ਬੈੱਡ ਤੇ ਪਏ ਕਿਸੇ ਵੀ ਵਿਅਕਤੀ ਦੀ ਜਾਨ ਨਾ ਜਾਵੇ। ਤੇ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ, ਦੇਰ ਆਏ ਦੁਰਸਤ ਆਏ, ਪਰ ਕਿਤੇ ਨਾ ਕਿਤੇ ਇਹ ਕੰਮ ਸਰਕਾਰ ਦਾ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਦੋਂ ਕਿ ਕਰੋਨਾ ਦਾ ਫਸਟ ਸੀਨ ਹੈਗਾ ਸੀ। ਹੁਣ ਇਹ ਸਰਕਾਰ ਨੇ ਆਪਣੇ ਇਸ ਆਕਸੀਜਨ ਪਲਾਂਟ ਨਾਲ ਇਹ ਤਾਂ ਦਾਅਵਾ ਕਰ ਦਿੱਤਾ ਹੈ ਕਿ ਗੁਰੂ ਨਾਨਕ ਹਸਪੀਟਲ ਦੀ ਕੈਪੈਸਿਟੀ ਪੂਰੀ ਕੀਤੀ ਜਾ ਸਕਦੀ ਹੈ, ਪਰ ਜੇ ਕਿਤੇ ਹੋਰ ਸਪਲਾਈ ਦੀ ਲੋੜ ਪੈਂਦੀ ਹੈ ਜਾਂ ਹੋਰ ਕਿਤੇ ਵੀ ਆਕਸੀਜਨ ਪਲਾਂਟ ਨੂੰ ਸਾਨੂੰ ਆਕਸੀਜਨ ਦੀ ਸਪਲਾਈ ਕਰਨ ਦੀ ਲੋੜ ਪੈਂਦੀ ਹੈ, ਉਹਦੀ ਕੈਪੈਸਿਟੀ ਹਜੇ ਵੀ ਸਾਡੀ ਸਰਕਾਰ ਕੋਲ ਨਹੀਂ ਹੈਗੀ। ਹਜੇ ਵੀ ਆਕਸੀਜਨ ਦਾ ਪੂਰਾ ਸਾਡਾ ਜੋ ਵੀ ਲੋੜ ਹੈਗੀ ਆ ਪੂਰੀ ਨਹੀਂ ਹੋ ਰਹੀ। ਕਿਤੇ ਨਾ ਕਿਤੇ ਸਰਕਾਰ ਇਹਨੂੰ ਲੈ ਕੇ ਬਹੁਤ ਹੀ ਹੌਲੀ ਚੱਲ ਰਹੀ ਹੈ, ਕੀੜੀ ਦੀ ਚਾਲ ਚੱਲਦੀ ਹੋਈ, ਜਦ ਕਿ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਸਰਕਾਰ ਇੱਕ ਪਾਸੇ ਤੇ ਲੋਕਾਂ ਨੂੰ ਸਹਿਯੋਗ ਕਰਨ ਲਈ ਕਹਿ ਰਹੀ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰੋ, ਮਾਸਕ ਲਗਾਓ, ਸੰਕਰਮਣ ਫੈਲਣ ਤੋਂ ਰੋਕੋ, ਪਰ ਸਰਕਾਰ ਵੱਲੋਂ ਸਿਹਤ ਨੂੰ ਬਚਾਉਣ ਦੇ ਲਈ, ਲੋਕਾਂ ਦੀ ਸਿਹਤ ਦੇ ਲਈ ਕੀ ਕਦਮ ਉਠਾਏ ਜਾ ਰਹੇ ਹਨ ਉਹ ਤੇ ਤੁਹਾਡੇ ਸਾਹਮਣੇ ਹੀ ਹਨ, ਜੋ ਆਪਾਂ ਤੁਹਾਨੂੰ ਦਿਖਾ ਰਹੇ ਹਨ। ਆਕਸੀਜਨ ਪਲਾਂਟ ਤੇ ਲੱਗ ਗਿਆ ਹੈ ਜੋ ਕਿ ਸਿਰਫ ਗੁਰੂ ਨਾਨਕ ਹਸਪੀਟਲ ਦੀ ਹੀ ਕੈਪੈਸਿਟੀ ਪੂਰੀ ਕਰਦਾ ਹੈ ਤੇ ਇਸ ਦੇ ਨਾਲ ਇੱਕ ਹੋਰ ਟੈਂਕਰ ਮੰਗਾਇਆ ਜਾ ਰਿਹਾ ਹੈ ਕਿ ਜੋ ਕਿ ਐਕਸੈਸ ਆਕਸੀਜਨ ਹੋਰ ਪੈਦਾ ਕਰੇਗਾ, ਜੋ ਕਿ 에ਅਰ ਤੋਂ ਵੀ ਆਕਸੀਜਨ ਕੰਡਕਟ ਕਰੇਗਾ। ਜਨਰੇਟਰ ਵੀ ਬੁਲਾਏ ਜਾ ਰਹੇ ਹਨ। ਹੁਣ ਦੇਖਣਾ ਹੋਏਗਾ ਇਹ ਜੂਨ ਦਾ ਦਿੱਤਾ ਗਿਆ ਵਾਅਦਾ ਕਦੋਂ ਤੱਕ ਪੂਰਾ ਹੋਏਗਾ, ਕਦੋਂ ਤੱਕ ਸ਼ਹਿਰ ਵਾਸੀਆਂ ਨੂੰ ਆਕਸੀਜਨ ਦੀ ਕਿੱਲਤ ਤੋਂ ਮੁਕਤੀ ਮਿਲੇਗੀ। ਤੇ ਇਹ ਸੀ ਕੈਮਰਾਮੈਨ ਮਨੋਜ ਭਗਤ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਸਪੈਸ਼ਲ ਰਿਪੋਰਟ।